पातशाह कृपा करन कीड़ी उड़ नहीं सकती, पर जे गुरु चाहे तो उड़ा भी दिंदा, क्योंकि कीड़ा मीह पैंदा कीड़ियां नूं भी खंभ निकल आउंदे, वो भी उड़दे वेखे है। इस करके महाराज सच्चे पातशाह कृपा करते है, रहमत करते है। सुन गल्लां आकाश की कीटा आई, नानक नदरी कूड़ी कूड़ा कहंदे ओहदी नदर हो जे तो माड़े तो माड़ा भी तर जांदा। कूड़ी कूड़ा ठीस ओहदियां नदरां ही ऐसियां, वो बेअंती है दाता, ओहदी खेड बड़ी उची है। तो इस करके कीड़ियां दी तरह किते सानू भी महाराज चाह पैदा होया कि असीं भी किते उडांगे, साडा भी दुनिया च थां टिकाणा होऊ। महाराज साहब कहंदे तू मेरा हो जा, मेरा थां ते की सारा कुछ तेरे नाल कर दूं। महाराज कहंदे आप सवारे मैं मिलिया, जे तू मेरा सब जग ओहदे होया नहीं जांदा, ਉਹਦੇ होना बड़ा औखा। सो यतन करिया करिए महाराज साहब, साडा भी जी करदा असीं भी कीड़ियां दी निआई आ, उड़ना चाहुंदे आ आकाश दे विच। महाराज सानू तुसीं उड़ा सकदे हो। तो आखण जोर चुपै नह जोर, जोर ना मंगण जोर ना जीवण, साडे हथ जोर नहीं है। जिस हथ जोर कर नानक उत्तम। महाराज कहने कोई नहीं नीवा, सारे ही चंगे है, सारे ही उत्तम है, पर जोर परमेश्वर दे हथ, ਉਹਦੇ हथ च जोर आ। तो जोर ਜਿਹਦੇ हथ च ਉਹ कर भी ਉਹ ही सकदा, ਆਪਾਂ की कर सकते हैं। इस करके ਆਪਾਂ बेनती कर सकते, टूटी गंढ न सर्व जियां सगल की चिंता। ਆਪਾਂ ਨੂੰ ਤੇ ਆਪਣੇ ਘਰ ਦੀ चिंता, अपने बच्चों की चिंता, अपने रिश्तेदारां की चिंता, पर मारे कहते सगल की चिंता उन्होंने सारियां दी है। तिसते बिरथा ਉਹਦੇ तो कोई भी जेड़ा बिरथा नहीं। ये ना होए भी मान लो आप पिछे बैठे आप कहिए मैं तो महाराज नूं दीदा ही नहीं नहीं भाई, तू तो किते टवा पुट के लुक जे उन्हें तां भी तेनों वेख लेना। तिसते बिरथा रे मन मेरे, कहते फिर जपिया कर मेरे मना इको ओंकार सतनाम। संगति उची सतनाम करता पुर निरभौ निर्वैर, अकाल मूरत अजूनी सैभं, गुर प्रसाद एक ओंकार सतनाम करता पुरख निर्भौ निर्वैर, अकाल मूरत अजूनी सैभं, गुर प्रसाद ओंकार सतनाम करता पुरख निर्भौ निर्वैर, अकाल मूरत अजूनी सैभं, गुर प्रसाद एक ओंकार सतनाम करता पुरख निर्भौ निर्वैर, अकाल मूरत अजूनी सैभं, गुर प्रसाद ओंकार सतनाम करता पुरख निर्भौ
कोई जान दो, कीम न 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 कोई जान दो। साई नाम अमोल, साई नाम अमोल, साई नाम अमोल, साई नाम अमोल, कीम ना कोई जान दो, कीम ना कोई जान दो, कीम न कोई जान दो, कीम न कोई जान दो। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਦੀ ਕੀਮਤ ਹੀ ਕੋਈ ਨਹੀਂ। ਇਹ ਸਿਮਰਨ ਦਾ ਬੂਟਾ ਉਹ ਹੈ ਜਿਹਨੂੰ ਸਾਰੇ ਫਲ ਲੱਗਦੇ। ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਖਾਂ ਕੋਲ ਕੋਈ ਆਇਆ, ਕਹਿੰਦੇ ਜੀ ਨਾਮ ਜਪੀਏ ਕੀ ਮਿਲਦਾ? ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਕਹਿੰਦੇ ਇੱਕ ਚੀਜ਼ ਨੋਟ ਕਰਿਓ, ਰੱਬ ਨਾ ਕਰੇ ਜ਼ਿੰਦਗੀ ਬਸਰ ਹੋ ਜਾਏ ਤੇ ਜਦੋਂ ਆਪਾਂ ਨੂੰ ਸੱਚੇ ਦੇ ਦਰਬਾਰ ਵਿੱਚ ਪੇਸ਼ ਕੀਤਾ ਜਾਣਾ, ਸੱਚਾ ਆਪ ਤਿੱਥੈ ਸੋਹਣ, ਜਪਜੀ ਸਾਹਿਬ ਤਿੱਥੈ ਸੋਹਣ। ਕਹਿੰਦੇ ਉਹ ਸੱਚਾ ਜਿੱਥੇ ਬਹਿੰਦਾ ਹੈ ਨਾ, ਉਹਨੂੰ ਸੱਚਖੰਡ ਕਹਿੰਦੇ। ਸੱਚਖੰਡ ਵਸੈ ਨਿਰੰਗ ਕਰ ਕਰ ਇੱਕ। ਮਹਾਰਾਜ ਉੱਥੇ ਬੈਠੇ ਆਪ ਤੇ ਮਹਾਰਾਜ ਕਹਿੰਦੇ ਸੱਚਾ ਆਪ, ਉਹ ਆਪ ਵੀ ਸੱਚਾ ਤੇ ਉਹਦਾ ਦਰਬਾਰ ਵੀ। ਉੱਥੇ ਕੋਈ ਰਿਸ਼ਵਤ ਨਹੀਂ, ਕੋਈ ਕਿਸੇ ਦੀ ਸਿਫਾਰਿਸ਼ ਨਹੀਂ, ਕੋਈ ਕਿਸੇ ਦੀ ਪੈਸੇ ਨਾਲ ਮਦਦ ਨਹੀਂ ਹੋਣੀ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੱਚਾ ਆਪ ਸੱਚਾ। ਤੇ ਉਸ ਦਰਬਾਰ ਦੇ ਵਿੱਚ ਕੀ ਹੋਇਆ? ਤਿੱਥੈ ਸੋਹਣ। ਕਹਿੰਦੇ ਉੱਥੇ ਉਹ ਸੋਹਣੇ ਲੱਗਦੇ ਪੰਜ, ਕਹਿੰਦੇ ਪਵਿੱਤਰ ਨੂੰ, ਜਿਨ੍ਹਾਂ ਨੇ ਜਦੋਂ ਆਪਾਂ ਜਪਜੀ ਸਾਹਿਬ ਸ਼ੁਰੂ ਕਰਦੇ ਹਾਂ, ਗਾਵੇ ਵਾਲੀਆਂ ਪੌੜੀਆਂ ਤੋਂ ਬਾਅਦ ਸੁਣਿਆ, ਇਹ 4 ਪੌੜੀਆਂ ਤੋਂ ਬਾਅਦ ਮੰਨੇ ਵਾਲੀਆਂ ਪੌੜੀਆਂ, ਤੇ ਜਦੋਂ ਤਿੰਨੇ ਪੌੜੀਆਂ ਚੜ੍ਹ ਜਾਈਦੀਆਂ ਤੇ ਫਿਰ ਆਉਂਦੀ ਹੈ ਪੰਜ ਪ੍ਰਵਾਨ। ਜਿਹੜੇ ਗਾ ਕੇ ਸੁਣ ਕੇ ਤੇ ਮੰਨ ਗਏ। ਮੰਨੈ ਪਾਵੈ ਮੰਨੈ ਪਰਵਾਰੈ। ਕਹਿੰਦੇ ਆਵ ਤੇ ਤਰੇ ਟੱਬਰ ਤਾਰ ਗਏ ਟੱਬਰ। ਤੁਮਾਰੇ ਸਾਹਿਬ ਜੀ ਕਹਿੰਦੇ ਮੰਨੈ ਪਰਵਾਰੈ ਮੰਨੈ ਤਰੈ ਮੰਨੈ ਨਾਨਕ। ਧੰਨ ਮੇਰੇ ਪਾਤਸ਼ਾਹ ਕਹਿੰਦੇ ਇਹ ਪੌੜੀਆਂ ਤੇ ਨਹੀਂ ਕੋਈ ਚੜ੍ਹਦਾ। ਸੁਣਨ ਵਾਲੀਆਂ ਪੌੜੀਆਂ ਤੋਂ ਬਾਅਦ ਮੰਨੇ ਵਾਲੀ ਪੌੜੀ ਤੋਂ ਆਪਾਂ ਸਾਰੇ ਤਿਲਕ ਜਾਂਦੇ। ਮੈਂ ਵੀ ਵਿੱਚ ਹੀ। ਮੰਨਣਾ ਬੜਾ ਔਖਾ ਜੀ, ਬਹੁਤ ਔਖਾ। ਤੋ ਇਸ ਕਰਕੇ ਜਿਹੜਾ ਇਹ ਪੌੜੀਆਂ ਚੜ੍ਹ ਜਾਂਦਾ ਉਹ ਫਿਰ ਪੰਜ ਪ੍ਰਵਾਨ ਬਣਦਾ। ਪੰਚੇ ਪਾਵੇ ਉਹ ਦਰਗਾਹ ਵਿੱਚ ਮਾਣਦਾ। ਇੱਥੇ ਮਹਾਰਾਜ ਆ ਗਏ, ਇੱਥੇ ਆ ਕੇ ਕਹਿੰਦੇ ਤਿੱਥੈ ਸੋਹਣ ਪੰਚ। ਕਹਿੰਦੇ ਉਹ ਜਿੱਥੇ ਸੱਚਾ ਬਹਿੰਦਾ ਵਾ ਤੇ ਉੱਥੇ ਜਿਹੜੇ ਸੁਧਰੀਆਂ ਹੋਈਆਂ ਰੂਹਾਂ, ਸਾਧੂ ਲੋਕ, ਮਹਾਂਪੁਰਖ, ਤਪਸਵੀ, ਉਹਨਾਂ ਨੂੰ ਸੋਹਣੀ ਜਗ੍ਹਾ 'ਤੇ ਬਿਠਾਇਆ ਹੁੰਦਾ, ਉਹਨਾਂ ਦਾ ਆਦਰ ਮਾਣ ਕੀਤਾ ਜਾਂਦਾ। ਤਿੱਥੈ ਸੋਹਣ ਪੰਚ ਪ੍ਰਵਾਨ ਨਦਰੀ। ਅੱਗੇ ਕੱਚ ਉੱਥੇ ਪਾਏ। ਉੱਥੇ ਕੱਚੇ ਤੇ ਪੱਕਿਆਂ ਦਾ ਫਰਕ ਕੱਢਿਆ ਜਾਂਦਾ। ਕੱਚੇ ਜਿਹੜੇ ਆਪਣੇ ਵਰਗੇ ਤੇ ਪੱਕੇ ਜਿਨ੍ਹਾਂ ਬੰਦ ਘਟਾਲੇ, ਖੋਪਰੀਆਂ ਲੈ ਗਈਆਂ, ਚਰਖੜੀਆਂ ਨੇ ਆਰਿਆਂ ਨਾਲ
ਬੱਚਿਆਂ ਦੇ ਟੋਟੇ ਉਹ ਪੱਕੇ ਆ, ਆਪਾਂ ਕੱਚੇ ਤਾਂ ਆਪਾਂ ਤੇ ਅਰਦਾਸ ਕੀਤੀ ਆ। 15 ਦਿਨ ਹੋ ਚੱਲੇ ਆ, ਜੇ ਤੇ ਅਰਦਾਸ ਸੁਣ ਲਈ ਤੇ ਫਿਰ ਆਪਾਂ ਆ ਜਾਣਾ। ਜੇ ਪੂਰੀ ਨਾ ਹੋਈ ਤੇ ਕਹਿਣਾ ਸਾਡੀ ਕਿਹੜਾ ਬਾਬੇ ਨੇ ਸੁਣੀ। ਆਪਾਂ ਕੱਚੇ ਆ। ਫਿਰ ਪੜੋ ਕੱਚ ਪਕਾਈ ਨਾਨਕ ਗਿਆ। ਤੇ ਫਿਰ ਮਹਾਰਾਜ ਜੀ ਕਹਿੰਦੇ ਇਹ ਤੇ ਹੁਣ ਉਹੋ ਹੀ ਦੱਸ ਸਕਦਾ ਜਿਹੜਾ ਉੱਥੇ ਗਿਆ। ਆਪਾਂ ਤਾਂ ਅਜੇ ਪੜ੍ਹਿਆ ਗ੍ਰੰਥ ਨੂੰ ਤੇ ਸਾਡੇ ਨਾਲ ਸਾਂਝ ਪਾਈ। ਮਹਾਰਾਜ ਕਹਿੰਦੇ ਨਾਨਕ ਗਿਆ ਜਾਪੈ ਜਾਏ। ਜਿਹੜਾ ਉੱਥੇ ਗਿਆ ਵਾ ਨਾ ਉਹ ਇਹ ਚੀਜ਼ ਦੱਸਣ ਦਿਆ ਏ। ਤੇ ਉੱਥੇ ਕੌਣ ਗਿਆ ਸੀ? ਬਾਬਾ ਨਾਨਕ। ਇਹ ਨਾਨਕ ਪ੍ਰਕਾਸ਼ ਦੀ ਕਥਾ ਜਦੋਂ ਵੇਈ ਨਦੀ 'ਚ ਟੁੱਬੀ ਮਾਰੀ 3 ਦਿਨ ਮਹਾਰਾਜ ਉੱਥੇ ਹੀ ਰਹਿ, ਪਰਮੇਸ਼ਰ ਦੇ ਕੋਲ ਰਹਿ। ਉੱਥੇ ਬੇਨਤੀ ਕੀਤੀ ਕਿ ਮਹਾਰਾਜ ਜੀ ਇਹ ਸੰਸਾਰ ਦੇ ਵਿੱਚ ਬਹੁਤ ਬੁਰਾ ਹਾਲ ਹੈ ਤੇ ਤੁਸੀਂ ਡਿਊਟੀ ਲਾਈ ਭਲਾ ਕਰਨ ਦੀ, ਪਰ ਮੇਰੇ ਸਿਰ ਤੇ ਕੋਈ ਤਾਕਤ ਬਖਸ਼ੋ, ਮੈਨੂੰ ਕੋਈ ਪਾਵਰ ਵੀ ਦਿਓ ਨਾ। ਮੈਂ ਇੱਦਾਂ ਨਹੀਂ ਰੋਕਾਉਣਾ ਇਕੱਲਾ, ਵੀ ਕੋਈ ਖਸਮ ਦਾ ਹੱਥ ਹੋਵੇ ਪਿੱਛੇ, ਕੋਈ ਰਹਿਮਤ ਹੋਵੇ। ਤੇ ਫਿਰ ਉਹ ਮੂਲ ਮੰਤਰ ਬਖਸ਼ਿਆ ਮਹਾਰਾਜ ਨੇ। ਕਹਿੰਦੇ ਮੂਲ ਮੰਤਰ ਹੈ ਨਾਨਕ ਪਾਤਸ਼ਾਹ ਮਹਾਰਾਜ ਦੀ ਝੋਲੀ 'ਚ ਪਾਤਾ। ਕਹਿੰਦੇ ਜਾਓ ਪੱਥਰ ਤੁਹਾਨੂੰ ਸਿਜਦਾ ਕਰਨਗੇ, ਰੀਠਿਆਂ 'ਚ ਅੰਮ੍ਰਿਤ ਪੈਦਾ ਕਰ ਦੂ ਮੰਤਰ, ਸਮੁੰਦਰ ਰਸਤਾ ਦੇਣਗੇ, ਵਲੀ ਵਰਗਿਆਂ ਦੇ ਵਾਲ ਨਿਕਲ ਜਾਣਗੇ। ਹੈਗਾ ਸੀ ਨਾ ਕੋਲੇ ਕੁਛ। ਤੋ ਮਹਾਰਾਜ ਕਹਿੰਦੇ ਬਾਬਾ ਪਹਿਦਾ ਸੱਚਖੰਡ ਨੌ ਨਿਧ ਨਾਮ ਗਰੀਬੀ ਪਾਈ। ਇਹ ਮੰਤਰ ਉੱਥੋਂ ਮਿਲਿਆ ਮੂਲ। ਇਦੋਂ ਅੱਗੇ ਫਿਰ ਮਹਾਰਾਜ ਨੇ ਵੰਡਤਾ ਸਿੱਖਾਂ ਨੂੰ ਤੇ ਆਪਾਂ ਸਾਰਿਆਂ ਨੇ ਹੁਣ ਪੜ੍ਹਿਆ ਹੈ। ਕੱਲ ਮਾਰੂ ਰਾਗ ਦਾ 999 ਅੰਗ ਤੇ ਮਾਰੂ ਮਹੱਲਾ ਪਹਿਲਾ, ਜਿਹੜਾ ਮਹਾਰਾਜ ਨੇ ਆਪਣੇ ਸੱਸ ਸਹੁਰੇ ਦੇ ਪ੍ਰਤੀ ਔਰ ਸਾਰੀਆਂ ਸੰਗਤਾਂ ਦੇ ਪ੍ਰਤੀ ਦੱਸਿਆ ਸੀ ਵੀ ਆਪਾਂ ਕੌਣ ਆ, ਆਪਾਂ ਕਿੱਥੋਂ ਆਏ ਆ ਤੇ ਕਿੱਥੇ ਤੇ ਕੀ ਲੈ ਕੇ ਆਏ ਤੇ ਕਿੱਥੇ ਫਸੇ ਆ। ਸਾਰਾ ਸ਼ਬਦ ਜਿਹੜਾ ਸੀ ਉਹੀ ਮਾਰੂ ਮਹੱਲਾ ਪਹਿਲਾ। ਮਿਲ ਮਾਤ ਪਿਤਾ ਪਿੰਡ ਕਮਾਇਆ, ਤਿਨ ਕਰਤੈ ਲੇਖ ਲਿਖਾਇਆ। ਲੇਖ ਦਾਤ ਜੋਤ ਵਡਿਆਈ, ਮਿਲ ਮਾਇਆ ਸੁਰਤ ਗਵਾਈ। ਮੂਰਖ ਮਨ ਕਾਹੇ ਕਰਸੈ ਮਾਣਾ, ਉੱਠ ਚਲਣਾ ਰਹਾਓ। ਤਜ ਸਾਧ ਸਹਿਜ ਸੁਖ ਹੋਈ, ਘਰ ਛੱਡਣੇ ਨਾ ਕੋਈ। ਇੱਥੇ ਕਿਸੇ ਨੇ ਨਹੀਂ ਰਹਿਣਾ। ਮਾਰੇ ਕਹਿੰਦੇ ਘਰ ਛੱਡਣੇ ਪੈਣੇ। ਇਹ ਤੇ ਰਾਵਣ ਵੇਖੋ, ਲੰਕਾ ਸੀ ਉਹਦੀ ਸੋਨੇ ਦੀ, ਆਪਣੇ ਦੇ 4-5 ਕਮਰੇ ਆ ਗੁਜ਼ਾਰੇ ਜੋਗੇ। ਤੇ ਉਹ ਤੇ ਏਡੀ ਵੇਖੋ, ਉਹਦਾ 1 ਲੱਖ ਮੁੰਡਾ ਸੀ, 1.25 ਲੱਖ ਪੋਤਰਾ। ਮਹਾਰਾਜ ਕਹਿੰਦੇ ਘਰ ਛੱਡਣੇ ਨਹੀਂ ਰਹਿਣਾ ਭਾਈ। ਕਿਸ ਖਾਜੈ ਕਿਸ ਧਰ ਜਾਈਐ, ਜੇ ਬੌੜ ਦੁਨੀਆ ਆਈ ਹੈ। ਕਹਿੰਦੇ ਇਕੱਠਾ ਤੇ ਤਾਂ ਕਰੇ ਵੀ ਜੇ ਤੈਨੂੰ ਪਤਾ ਹੋਵੇ ਫੇਰ ਆਉਣਾ। ਪਤਾ ਨਹੀਂ ਤੈਨੂੰ ਆਉਣਾ ਨਹੀਂ ਤੂੰ ਭਾਈ। ਸੱਜ ਕਾਇਆ ਪੱਟ ਹੰਡਾਏ, ਫਰਮਾਇਸ਼ ਬਹੁਤ ਚਲਾਏ। ਕਹਿੰਦੇ ਚੰਗੇ ਕੱਪੜੇ ਪਾਉਂਦਾ, ਚੰਗਾ ਖਾਂਦਾ ਤੇ ਹੁਕਮ ਵੀ ਚਲਾਉਂਦਾ। ਤੇ ਮਾਰੇ ਕਹਿੰਦੇ ਕਰ ਸੇਜ ਸੁਖਾਲੀ ਸੋਵੈ, ਸੋਹਣੀ ਚਾਦਰ ਵਿਛੀ ਹੈ, ਬੜਾ ਸੁੱਖ ਮਿਲਿਆ, ਖੁੱਲੀ ਮਾਇਆ। ਕਈਆਂ ਦੇ ਉੱਤੇ ਕਰਮ ਚੰਗੇ ਆ ਨਾ। ਕਹਿੰਦੇ ਹੱਥੀ ਪਾਉਂਦੀ ਕਾਹੇ ਰੋਵੈ। ਕਹਿੰਦੇ ਜਦੋਂ ਐਨ ਆਸਣ ਲੱਗਾ ਹੋਵੇ, ਪੁੱਤ ਪੋਤਰੇ ਕੋਲ ਹੋਣ, ਮਾਇਆ ਖੁੱਲੀ ਹੋਵੇ, ਆਨੰਦ ਮੰਗਲ ਜ਼ਿੰਦਗੀ 'ਚ, ਫਿਰ ਜਦੋਂ ਹੱਥੀ ਪਾਉਂਦੀ ਮੌਤ ਆ ਕੇ ਹੱਥ ਪਾਉਂਦੀ, ਫਿਰ ਚੀਕਾਂ ਨਿਕਲਦੀਆਂ। ਕਹਿੰਦੇ ਕਾਹੇ ਰੋਵੈ, ਫਿਰ ਰੋਣ ਨਿਕਲਦਾ। ਕਹਿੰਦਾ ਹਾਏ ਮੈਨੂੰ 10 ਸਾਲ ਹੋਰ ਦੇ ਦਿਓ, ਹਜੇ ਮੈਂ ਪੋਤਾ ਵੇਖਣਾ ਵਾ, ਪੜਪੋਤਾ ਵੇਖਣਾ। ਮਾਰੇ ਕਹਿੰਦੇ ਘਰ ਘੁੰਮਣ ਵਾਣੀ ਭਾਈ। ਕਹਿੰਦੇ ਘੁੰਮਣ ਵਾਣੀ 'ਚ ਫਸ ਗਿਆ ਪੁੱਤਰਾ ਤੂੰ। ਉੱਥੇ ਘੁੰਮੀ ਗਿਆ 70-80 ਸਾਲ। ਪਾਪ ਪੱਥਰ ਤਰਨ ਨਾ ਜਾਈ। ਕਹਿੰਦੇ ਜਿਹਦੇ ਗਲੇ 'ਚ ਪੱਥਰ ਬੰਨ੍ਹਦੇ ਉਹ ਪੱਕਾ ਡੁੱਬੂਗਾ। ਤੁਹਾਨੂੰ ਪਤਾ ਜਦੋਂ ਮੁਰਦੇ ਨੂੰ ਆਪਾਂ ਦਰਿਆ 'ਚ ਪਾ ਕੇ ਆਉਣੇ ਨਾ, ਮਹਾਂਪੁਰਖ ਬਾਬਾ ਹਰਦਿਆਲ ਸਿੰਘ ਜੀ ਬੜੇ ਪੁੱਜੇ ਸਾਧੂ ਸੀ। ਉਦੋਂ ਸਿੰਘਾਂ ਦਾ ਜ਼ੋਰ ਸੀ ਤੇ ਮਹਾਂਪੁਰਖ ਅਕਸਰ ਹੀ ਬਚਨ ਕਰਦੇ ਸੀ। ਕਹਿੰਦੇ ਹੁੰਦੇ ਸੀ ਸਾਡਾ ਸੰਸਕਾਰ ਨਾ ਕਰਿਓ, ਸਾਨੂੰ ਪਾਣੀ 'ਚ ਪਾ ਦਿਓ। ਕਹਿੰਦੇ ਬਾਬਾ ਜੀ ਲੱਕੜਾਂ ਹੋ ਗਈਆਂ। ਕਹਿੰਦੇ ਨਹੀਂ, ਇਸ ਸਰੀਰ ਨੇ ਜਿਉਂਦੇ ਜੀ ਕੋਈ ਚੱਜ ਦਾ ਕੰਮ ਨਹੀਂ ਕੀਤਾ। ਅੱਖਾਂ ਨੇ ਚੰਗਾ ਨਹੀਂ ਵੇਖਿਆ, ਕੰਨਾਂ ਨੇ ਚੰਗਾ ਨਹੀਂ ਸੁਣਿਆ, ਹੱਥਾਂ ਤੋਂ ਚੰਗਾ ਨਹੀਂ ਹੋਇਆ, ਪੈਰ ਚੰਗੇ ਪਾਸੇ ਨਹੀਂ ਗਏ, ਜ਼ੁਬਾਨ ਨੇ ਚੰਗਾ ਨਹੀਂ ਬੋਲਿਆ। ਇਹਨੇ ਇੱਕ ਕੰਮ ਨਹੀਂ ਚੰਗਾ ਕੀਤਾ, ਬਿਨ ਸੇਵਾ ਧ੍ਰਿਗ ਹੱਥ ਪੈਰ ਹੋਰ ਨੇਫਲ ਕਰਨੀ।
तो कहन लगे मरदे सार पानी च पा दिओ, चलो 4 डड्डियां मच्छियां दा गुजारा तो होवेगा ही। आखो सतनाम। इनू कहंदे परे उपकारी आए, परे उपकारी आए, परे उपकारी आए, जन परे उपकारी आए। जी दान दे भगती लाइन, जी दान दे भगती लाइन, जी दान दे भगति लायन, जी दान दे भगति लायन। हर स्यों लैन मिलाए, हर स्यों लैन मिलाए, हर स्यों लैन मिलाए, हर स्यों लैन मिलाए। परे उपकारी आए, जन परे उपकारी आए, परे उपकारी आए, जन परे उपकारी आए। मर जावे मिर्ग ते बनाई शांदी मिर्गशाला। ਸਿੰਘ 12 ਸਿੰਘੀ ਦਾ ਦਵਾਈਆਂ ਵਿੱਚ ਪਾਇਆ ਜਾਂਦਾ। ਮਰ ਜਾਵੇ ਬੱਕਰਾ ਤੇ ਲਾ ਕੇ ਉਹਦੀ ਖਾਲ ਨੂੰ ਤਪਲੇ ਤੇ ਚੜਾਇਆ ਜਾਂਦਾ। ਮਰ ਜਾਵੇ ਹਾਥੀ ਉਹਦਾ ਮੁੱਲ ਪੈਂਦਾ 1.25 ਲੱਖ। ਦੰਦਾਂ ਦਾ ਬਣਾ ਕੇ ਚੂੜਾ ਬੀਬੀਆਂ ਦੇ। ਮਰ ਜਾਵੇ ਸ਼ੇਰ ਤੇ ਲਾ ਕੇ ਉਹਦੀ ਖਾਲ ਨੂੰ ਹੇਠਾਂ ਮਹਾਂਪੁਰਖਾਂ ਦੇ ਹੱਡ ਨਾੜੀ ਚੰਮ। ਬੰਦੇ ਦਾ ਨਹੀਂ ਕਿਸੇ ਕੰਮ। ਹੱਡ ਨਾੜੀ ਚੰਮ ਬੰਦੇ ਦਾ ਨਹੀਂ ਕਿਸੇ ਕੰਮ। ਕਬਰਾਂ 'ਚ ਦੱਬ ਕੇ ਜਾਂ ਚਿਖਾ ਤੇ ਲਾਂਬੂ। ਇਸ ਕਰਕੇ ਸਾਧ ਸੰਗਤ ਜੀ ਗੁਰਬਾਣੀ ਕਹਿੰਦੀ ਆ ਇਹ ਸਰੀਰ ਨੂੰ ਸੰਭਾਲੋ ਨਾ। ਇਹਨੂੰ ਜਿੰਨਾ ਵੀ ਭੰਨਿਆ ਜਾਂਦਾ ਗੁਰੂ ਦੇ ਪ੍ਰਤੀ ਭੰਨੋ। ਇਹ ਸੱਚ ਜੀ। ਜਿੰਨਾ ਜ਼ਿਆਦਾ ਇਹਨੂੰ ਗੁਰੂ ਪ੍ਰਤੀ ਵਰਤ ਲਓਗੇ। ਇਹ ਇੱਕ ਗੱਡੀ ਆ, ਮੰਨ ਲਓ ਰੱਬ ਨੇ ਦਿੱਤੀ ਆ ਕਮਾਈ ਕਰਨ, ਤੇ ਗੱਡੀ ਜਿਹਨੇ ਕਮਾਈ ਕਰਨ ਨੂੰ ਲਈ ਉਹ ਤੇ ਉਹ ਕਦੇ ਦਿੱਲੀ ਨੂੰ, ਕਦੇ ਜੈਪੁਰ ਨੂੰ, ਕਦੇ ਕਿਧਰੇ ਭਜਾਈ ਫਿਰਦਾ ਨਾ। ਉਹਦਾ ਮਤਲਬ ਆ ਪੈਸੇ ਨਾਲ ਕੱਪੜਾ ਮਾਰਦਾ ਧੋਂਦਾ ਏ, ਉਹ ਗੱਡੀ ਨਾਲ ਮਤਲਬ ਨਹੀਂ, ਉਹ ਕਮਾਈ ਵੇਂਦਾ ਏ। ਇਸੇ ਤਰ੍ਹਾਂ ਇਹ ਗੱਡੀ ਮਿਲੀ ਆਪਾਂ ਨੂੰ ਬੜੀ ਚਿਰ ਬਾਅਦ, ਜਿਹਨੂੰ ਮਾਰੇ ਕਹਿੰਦੇ ਭਈ ਪ੍ਰਾਪਤ ਗੋਬਿੰਦ ਮਿਲਣ ਕੀ। ਤੇ ਜਿਹੜਾ ਬੰਦਾ ਗੱਡੀ ਨੂੰ ਸੰਭਾਲਣ ਲੱਗ ਪਏ ਉਹ ਕਮਾਈ ਨਹੀਂ ਕਰ ਸਕਦਾ। ਜਿਹੜਾ ਕਹੇ ਮੈਂ ਤੋਰਿਆ ਤੇ ਟਾਇਰ ਘਸ ਜਾਣੇ ਆ, ਮੈਂ ਤੋਰਿਆ ਤੇ ਇੰਜਣ ਦਾ ਜ਼ੋਰ ਲੱਗਣਾ। ਤੇ ਹੁਣ ਇਹ ਪੰਗਾ ਆਪਾਂ ਨੂੰ ਪੈ ਗਿਆ। ਹੁਣ ਬੱਚੇ ਤੋਂ ਲੈ ਕੇ ਬੁੱਢੇ ਤੱਕ ਸਾਰੇ ਤੇ ਇਹਨੂੰ ਚਿੰਬੜੇ ਬੋਡੀ ਨੂੰ, ਇਹਨੂੰ ਐਨ ਖੁਸ਼ਕੀ ਨਹੀਂ ਆਉਣ ਦਿੰਦੇ। ਹੈ ਲਿੰਬ ਪੁੱਜ ਕੇ ਰੱਖੀਦਾ ਵੀ ਕਿਤੇ ਗਵਾਚ ਨਾ ਜਾਵੇ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਨੂੰ ਤੋੜ ਭੰਨ। ਤੋ ਬਾਬਾ ਫਰੀਦ ਸਾਹਿਬ ਇੱਥੋਂ ਤੱਕ ਵੀ ਕਹਿ ਗਏ, ਕਹਿੰਦੇ ਜੋ ਸਿਰ ਸਾਈਂ ਸੋ ਸਿਰ ਕੀਜੈ ਕਾਏ, ਕੁੰਨੇ ਹੇਠ ਜਲਾਈਏ ਬਾਲਣ ਸੰਧੇ। ਕਹਿੰਦੇ ਚੁੱਲ੍ਹੇ 'ਚ ਡਾ ਦੇ ਇਹਨੂੰ ਬਾਲਣ ਦੀ ਥਾਂ ਤੇ। ਬਾਬੇ ਫਰੀਦ ਦੀ ਬਾਣੀ ਜੇ ਕਹਿੰਦੇ ਜਿਹੜਾ ਸਿਰ ਸਾਈਂ ਦੇ ਅੱਗੇ ਮੱਥਾ ਨਹੀਂ ਟੇਕਦਾ, ਉੱਠ ਫਰੀਦਾ ਸੁਬਹ ਨਵਾਜ਼, ਜੋ ਸਿਰ ਸਾਈਂ। ਜਿਹੜਾ ਨਹੀਂ ਝੁਕਦਾ ਫਿਰ ਕੀ ਕਰ, ਵੜ ਦੇ ਇਹਨੂੰ। ਸੋ ਸਿਰ ਕੱਪ, ਕਹਿੰਦੇ ਲਾ ਦੇ ਮਾਰ ਕੇ ਤੇਗ ਇਹਨੂੰ, ਐਸੇ ਸਿਰ ਨੂੰ ਕੀ ਕਰਨਾ ਏ। ਤੋ ਇਸ ਕਰਕੇ ਮਹਾਰਾਜ ਦੇ ਪਿਆਰਿਆਂ ਦੇ ਬਚਨ, ਫਰੀਦਾ ਬਾਰ ਪਰਾਇਆ, ਮੈਨੂੰ ਬਗਾਨੇ ਬੂਏ ਤੇ ਨਾ ਭਾਈ ਸਤਿਗੁਰੂ, ਨਾ ਮੈਂ ਜਾਣਾ ਹੀ ਹੈ ਕਿਤੇ। ਜੇ ਤੂੰ ਐਵੇਂ ਰਖਸੀ ਜੀਓ, ਕਹਿੰਦੇ ਤੋਂ ਚੰਗਾ ਮੈਂ ਮਰ ਜਾ ਕਿਸੇ ਦੇ ਬੂਏ ਤੇ ਬਹਿਣ ਤੋਂ ਪਹਿਲਾਂ। ਤੇਰੇ ਬੂਏ ਤੇ ਬਹੂੰ, ਤੇਰੇ ਤੇ ਆਸਾਂ ਰੱਖੀਆਂ ਏ। ਇੱਛਾ ਪੂਰਕ ਸਰਬ ਸੁਖ ਦਾਤਾ, ਹਰ ਜਾ ਕੇ ਵਸੈ ਸੋ ਐਸਾ ਹਰ ਧਿਆਈਐ ਮੇਰੇ। ਤਾਂ ਸਰਬ ਜਪ ਮਨ ਸਦਾ ਹਲਤ, ਮੁਖ ਉਜਲ ਹੋਈ ਹੈ ਨਿਤ ਧਿਆਈਐ
ਕਹਿੰਦੇ ਨਿਤ ਧਿਆਇਆ ਕਰ ਪੁਰਖ ਨਿਰੰਜਨ ਨੂੰ। ਵਾਹਿਗੁਰੂ 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 ਕਰਕੇ ਮਹਾਰਾਜ ਨੇ ਇਹ ਮਾਰੂ ਰਾਗ ਦਾ ਸ਼ਬਦ ਸੌਂਪਿਆ। ਭਉ ਬੇੜਾ ਜਿਉ ਚੜਾਊ ਕਹੋ ਨਾਨਕ ਦੇਵੈ ਮਾਰੇ। ਕਹਿੰਦੇ ਜਹਾਜ਼ ਹੈ ਇਹ, ਬੇੜਾ ਏ, ਜਿਹਨੂੰ ਮਾਰੇ ਜੀ ਕਰਦਾ ਉਹਨੂੰ ਚੜਾ ਲੈਂਦੇ ਆ। ਕਹੋ ਨਾਨਕ ਦੇਵੈ ਕਾਹੂ, ਕਾਹੂ ਦਾ ਭਾਵ ਵਿਰਲੇ ਵਿਰਲੇ ਵਿਰਲੇ। ਇੱਕ ਪਿੰਡ ਦੇ ਵਿੱਚ 2-3 ਜਿਨ੍ਹਾਂ ਨੂੰ ਇਹ ਜਹਾਜ਼ ਦੀ ਫਲੈਟ ਦੀ ਮਹਾਰਾਜ ਨੇ ਐਂਟਰੀ ਦਿੱਤੀ ਆ, ਬਾਕੀ ਸਾਰਿਆਂ ਦੇ ਠੱਪੇ ਹੀ ਲਾਏ ਆ, ਰਿਫਿਊਜ਼ ਹੀ ਕੀਤਾ ਉਹ ਵੀ ਤੁਸੀਂ ਨਹੀਂ ਵੜਨਾ। ਨਾ ਨਿਤਨੇਮ ਨਾ ਗੁਰਬਾਣੀ ਕੀਰਤਨ ਕਥਾ ਕੋਈ ਮਤਲਬ ਨਹੀਂ ਤੁਹਾਡਾ ਇਹਦੇ ਨਾਲ। ਇਹ ਮਹਾਰਾਜ ਦੀ ਖੇਡ ਜੇ। ਮਹਾਰਾਜ ਕਈ ਵਾਰੀ ਅਸੀਂ ਵੀ ਗਰਮ ਹੋ ਜਾਂਦੇ ਵੀ ਸੰਗਤ ਮੱਥਾ ਨਹੀਂ ਟੇਕਦੀ, ਬਾਣੀ ਨਹੀਂ ਪੜ੍ਹਦੀ ਗੁਰੂ ਘਰ, ਪਰ ਇੱਥੇ ਮਹਾਰਾਜ ਆਪ ਕਹਿੰਦੇ ਵੀ ਇਹ ਜਹਾਜ਼ ਦੀ ਵਿਰਲੇ ਨੂੰ ਵੀਜ਼ਾ ਮਿਲਦਾ। ਇਹ ਜਿਹੜਾ ਜਹਾਜ਼ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਬਣਾ ਗਏ ਨਾ, ਇਹਦੇ ਤੇ ਵਿਰਲੇ ਚੜ੍ਹਦੇ ਆ। ਤੇ ਪਰ ਜਿਹੜੇ ਚੜ੍ਹ ਜਾਂਦੇ ਚੜੇ ਸੋਤਰੇ ਪਰ ਜੋ ਸ਼ਰਧਾ ਕਰ ਸੇਵੰਦੇ, ਸ਼ਰਧਾ ਖੋਈ ਜਾਂਦੇ ਅਗਲੇ। ਇੱਕ ਅੱਜ ਸਿੰਘ ਸਾਹਿਬ ਬੈਠੇ ਤਾਬਿਆ, ਇੱਕ ਬੋਲਣ ਦਿਆ ਕਹਿੰਦਾ ਜੀ ਬਦਾਵਾ ਤੇ ਲਿਖਿਆ ਹੀ ਨਹੀਂ। ਮੈਂ ਕਿਹਾ ਤੇਰੀ ਬਾਕੀ ਰਹਿ ਗਈ ਸੀ, ਹੁਣ ਆਖੋ ਸਤਨਾਮ। 40-50 ਸਾਲ ਹੋ ਗਏ ਕਥਾ ਸੁਣਦਿਆਂ ਨੂੰ ਬਦਾਵੇ ਦੀ, ਤੇ ਅੱਜ ਇੱਕ ਆ ਕਹਿੰਦਾ ਇਹ ਤੇ ਲਿਖਿਆ ਹੀ ਨਹੀਂ ਕਿਤੇ। ਅਗਲੇ ਇੱਦਾਂ ਮਗਰ ਪਏ ਆ। ਉਹ ਤੁਹਾਡੀ ਸ਼ਰਧਾ ਹੌਲੀ 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 ਹੌਲੀ, ਜਿੱਦਾਂ ਸਿਉਂਕ ਲੱਗੀ ਨਾ ਲੱਕੜ ਨੂੰ, ਰੁੱਖ ਨੂੰ ਸਿਉਂਕ ਲੱਗ ਜੇ ਤੇ ਹਨੇਰੀ ਆਉਂਦੀ ਤੇ ਉਹ ਵਿਚਾਰਾ ਡਿੱਗ ਪੈਂਦਾ। ਇਸੇ ਤਰ੍ਹਾਂ ਅੱਜ ਸਿੱਖ ਕੌਮ ਦੀਆਂ ਜੜ੍ਹਾਂ 'ਚ ਸਿਉਂਕ ਬਣ ਕੇ ਲੱਗ ਗਏ। ਤੋ ਇਸ ਕਰਕੇ ਬਾਪੂ ਦੀ ਮਿਹਰ ਹੈ ਜਿਨ੍ਹਾਂ ਤੇ, ਉਹਨਾਂ ਨੂੰ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਭਲਿਓ ਸ਼ਬਦ ਪਰਮਾਨੰਦ ਜਾਈ ਤਨ ਕਨ ਪਸਰਿਓ ਤਿਨ ਮਨ ਮਾਹੀ। ਇਹ ਮਾਰੂ ਰਾਗ ਦਾ ਸ਼ਬਦ ਤੁਸੀਂ ਸੁਣਿਆ ਕੱਲ ਅਰਥਾਂ ਸਮੇਤ। ਅੱਜ ਫੇਰ ਮੈਂ ਪੰਛੀ ਝਾਤ ਮਾਰੀ ਗੁਰੂ ਸਾਹਿਬ ਜੀ ਦੇ ਦਰਸ਼ਨ ਤੋਂ। ਕਹਿੰਦੇ ਕਵੀ ਰਾਜ ਜੀ ਵੀ ਜਦੋਂ ਗੁਰੂ ਨਾਨਕ ਸਾਹਿਬ ਨੇ ਸ਼ਬਦ ਸੁਣਾਇਆ ਇਹਦੇ ਅਰਥ ਵੀ ਦੱਸੇ, ਪਰ ਉਹ ਜਿਹੜੇ ਬੈਠੇ ਸੀ ਨਾ ਸਾਹਮਣੇ, ਉਹਨਾਂ ਨੂੰ ਰਤਾ ਭਰ ਵੀ ਇਸ ਸ਼ਬਦ ਦਾ ਬੋਲੋ ਕੋਈ ਅਸਰ ਨਹੀਂ ਹੋਇਆ। ਆਖੋ ਸਤਨਾਮ ਸ੍ਰੀ। ਜਿਹਨੂੰ ਬਾਬਾ ਕਬੀਰ ਸਾਹਿਬ ਕਹਿੰਦੇ, ਕਬੀਰ ਮਾਰਗ ਮੋਤੀ ਬੀਥਰੇ ਅੰਧਾ ਨਿਕਸਿਓ ਜਾਏ, ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਘੇ ਜਾਏ। ਕਹਿੰਦੇ ਰਸਤੇ 'ਚ ਮੋਤੀ ਪਏ ਆ। ਕਬੀਰ ਸਾਹਿਬ ਕਹਿੰਦੇ ਮਾਰਗ ਮੋਤੀ ਬੀਥਰੇ, ਐਨ ਖਿਲਰੇ ਪਏ ਆ। ਤੇ ਅਗਲੀ ਪੰਕਤੀ 'ਚ ਕਹਿੰਦੇ ਆ ਅੰਧਾ ਨਿਕਸਿਓ, ਅੰਨਾ ਬੰਦਾ ਤੁਰਿਆ ਹੁੰਦਿਆ ਤੇ ਉਹਦੇ ਹੱਥ 'ਚ ਡੰਡਾ ਤੇ ਅੱਖਾਂ ਨਹੀਂ ਹੈਗੀਆਂ, ਮੋਤੀ ਖਿਲਰੇ ਕੀਮਤੀ ਕਰੋੜਾਂ ਦੇ, ਤੇ ਉਹ ਜੁੱਤੀ ਲੈ ਕੇ ਤੇ ਉੱਤੋਂ ਦੀ ਲੰਘੀ ਜਾਂਦਾ। ਅੰਧਾ ਨਿਕਸਿਓ। ਤੇ ਕਿਸੇ ਨੇ ਆਖਿਆ ਉਹ ਅੰਨਿਆ ਉਹ ਤੇਰੇ ਪੈਰਾਂ 'ਚ ਕੀ? ਕਹਿੰਦਾ ਬਜਰੀ ਪਈ, ਹੋਰ ਕੀ। ਆਖੋ ਸਤਨਾਮ। ਜੋਤ ਬਿਨਾ ਜਗਦੀਸ਼ ਕੀ। ਕਹਿੰਦੇ ਰੱਬ ਜਿਨ੍ਹਾਂ ਨੂੰ ਅੱਖਾਂ ਦਿੱਤੀਆਂ, ਇਹ ਬਾਣੀ ਕੀਰਤਨ ਕਥਾ ਦੇ ਮੋਤੀ ਵੀ ਭਰਾਵਾ ਉਹ ਹੀ ਚੁੱਕ ਸਕਦੇ। ਮਹਾਰਾਜ ਦੀ ਬਾਣੀ ਕਹਿੰਦੀ ਹੈ, ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਤਾ ਸੰਗ, ਜੇ ਜਾਣਾ ਬੱਗ ਬਪੜਾ ਜਨਮ ਨ ਟੇਕੀ ਅੰਗ। ਕਹਿੰਦੇ ਮੈਂ ਤੇ ਭੁਲੇਖਾ ਖਾ ਲਿਆ ਵੀ ਚਿੱਟਾ ਸੂਟ ਆ, ਵਧੀਆ ਪਰਨਾ ਪੁਰਨਾ ਵੱਜਿਆ ਗਾਤਰਾ ਉੱਤੋਂ ਦੀ, ਇਹ ਤੇ ਬੰਦਾ ਚੰਗਾ ਹੀ ਲੱਗਦਾ। ਕਹਿੰਦਾ ਬਾਅਦ 'ਚ ਪਤਾ ਲੱਗਾ ਉਹ ਰੱਬ ਹੀ ਰਾਖਾ, ਇਹ ਤੇ ਬੰਗਲਾ ਨਿਕਲਿਆ, ਇਹ ਹੈ ਤੇ ਹੰਸ ਵਰਗਾ ਸੀ। ਆਖੋ ਸਤਨਾਮ। ਤੁਮਾਰੇ ਸੱਚੇ ਪਾਤਸ਼ਾਹ ਕਹਿੰਦੇ ਰੱਬ ਦੀ ਜੋਤ ਮਿਲੇ ਤੇ ਮੋਤੀ ਚੁਗੇ ਜਾਂਦੇ। ਸਰਵਰ ਹੰਸ ਧੁਰੇ ਹੀ ਮੇਲਾ ਖਸਮੈ ਇਵੈ ਸੁਹਾਣਾ।
ਸਰਵਰ ਅੰਦਰ ਹੀਰਾ ਮੋਤੀ ਸੋਹੰਸਾ ਕਾ ਖਾਣਾ। ਕਹਿੰਦੇ ਇਹ ਨਾਮ ਦੇ ਕਥਾ ਦੇ ਮੋਤੀ ਮੇਰੀਆਂ ਭੈਣਾਂ ਵੀਰ ਗੁਰੂ ਕੀ ਸੰਗਤ ਤੁਸੀਂ ਧੰਨੋ ਭਾਈ ਜਿਹੜੇ ਕਿੰਨੀ ਦੂਰੋਂ ਦੂਰੋਂ ਚੱਲ ਕੇ ਮੋਤੀ ਚੁਗਣ ਆਏ ਜੇ। ਇਹ ਮੋਤੀ ਭਾਗਾਂ ਵਾਲੇ ਚੁਗ ਸਕਦੇ। ਮਹਾਰਾਜ ਦਾ ਸ਼ਬਦ ਮਹਾਰਾਜ ਸਾਹਿਬ ਨੇ ਸੁਣਾਇਆ, ਕਹਿੰਦੇ ਰਤਾ ਭਰ ਵੀ ਕਿਸੇ ਨੂੰ ਕੋਈ ਅਸਰ ਨਹੀਂ ਹੋਇਆ। ਵਿਸ਼ੈ ਵਿਸ਼ੈ ਲੰਪਟ ਨਰ ਜੋ ਭਾਵੇਂ ਕਿਉ ਬਿਰਖਤਾ ਸੋ। ਮਹਾਰਾਜ ਕਹਿੰਦੇ ਜਿਹੜਾ ਵਿਸ਼ਿਆਂ ਦੇ ਵਿੱਚ ਮਨੁੱਖ ਚਿੰਬੜਿਆ ਉਹਦੀ ਗਤੀ ਨਹੀਂ ਹੋਣੀ, ਉਹਨੇ ਕਿਸੇ ਪਾਸੇ ਜੋਗਾ ਨਹੀਂ ਰਹਿ ਜਾਣਾ। ਜਿਉ ਕਾਮੀ ਨਰ ਨਾਰਦ ਜਾਵਨ ਕੋਟ ਜਤਨ ਨੈ ਮਾਨ ਸਿਖਾਵਨ। ਕਹਿੰਦੇ ਜਿੱਦਾਂ ਕਾਮੀ ਬੰਦੇ ਤੋਂ ਇੱਕ ਔਰਤ ਜਿਹੜੀ ਹੈ ਉਹਨੂੰ ਛੱਡਣਾ ਔਖਾ ਹੈ, ਲੱਖਾਂ ਹੀ ਯਤਨ ਕਰ ਲਓ ਪਰ ਉਹ ਨਹੀਂ ਛੱਡ ਸਕਦਾ। ਕਹਿੰਦੇ ਜਿਹੜਾ ਅਜਾਮਲ ਸੀ ਨਾ, ਬਾਣੀ ਦੇ ਵਿੱਚ ਜ਼ਿਕਰ ਆਇਆ ਅਜਾਮਲ ਪਾਪੀ ਜਗ ਜਾਣੈ। ਉਹ ਪਾਪੀ ਪਹਿਲਾਂ ਨਹੀਂ ਸੀ, ਬਹੁਤ ਵੱਡਾ ਗਿਆਨੀ ਸੀ। ਉਹ ਬੜੇ ਗ੍ਰੰਥ ਉਹਨੇ ਪੜ੍ਹ ਲਏ, ਜਿੱਦਾਂ ਹੁਣ ਆਪਣੇ ਵੱਡੇ ਵੱਡੇ ਵਿਦਵਾਨ, ਕੀ ਨਾਂ ਲੈਣਾ ਇਹਨਾਂ ਦਾ, ਆਖੋ ਸਤਿਨਾਮ, ਜਿਨ੍ਹਾਂ ਦਾ ਰੱਬ ਹੀ ਰੱਖਾ ਦਿਮਾਗ 'ਚ ਨੁਕਸ ਪੈ ਗਿਆ। ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਦੇ ਬਾਰੇ ਇਹ ਬੋਲਦੇ ਨੇ ਵੀ ਖਾਧੀ ਪੀਤੀ 'ਚ ਕਹਿ ਗਏ ਕਿੱਡੀ ਮਾੜੀ ਗੱਲ ਆ, ਇਹਨੂੰ ਕਹਿੰਦੇ ਦਿਮਾਗ ਖਰਾਬ ਹੋਏ ਦੀ ਨਿਸ਼ਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ, ਇਹ ਜਿਹੜੀ ਮਾਇਆ ਹੈ ਵੱਡਿਆਂ ਵੱਡਿਆਂ ਦਾ ਦਿਮਾਗ ਖਰਾਬ ਕਰਨੀ, ਇਹਨਾਂ ਦਾ ਹੋ ਗਿਆ ਹੁਣ, ਕਿਉਂਕਿ ਐਸ਼ ਪ੍ਰਸਤੀ 'ਚ ਪੈ ਗਏ ਆ, ਫੈਸ਼ਨ 'ਚ ਪੈ ਗਏ ਆ। ਜਦੋਂ ਬੰਦਾ ਫੈਸ਼ਨ ਕਰਨ ਲੱਗ ਪਿਆ ਸਮਝ ਲਓ ਉਹਦਾ ਬੇੜਾ ਗਰਕਾ। ਗੁੱਸਾ ਨਾ ਕਰਿਓ, ਕਿਉਂਕਿ ਜਿਹਦਾ ਅੰਦਰ ਗਹਿਣੇ ਬਣੇ ਪਏ ਨਾ, ਤੁਸੀਂ ਆਪਣੇ ਤਾਂ ਲਿਓ ਭੈਣੋ ਵੀਰੋ, ਤੁਹਾਡਾ ਚਲੋ ਨਵਾਂ ਵਿਆਹ 4 ਦਿਨ, ਤੁਹਾਨੂੰ ਨਹੀਂ ਮੈਂ ਕਹਿੰਦਾ, ਮਾਰੇ ਮੁਬਾਰਕ ਆ ਤੁਹਾਨੂੰ। ਇੱਥੇ ਗੱਲ ਹੁੰਦੀ ਹੈ ਜਿਹੜਾ ਧਾਰਮਿਕ ਦੁਨੀਆ ਵਿੱਚ ਰਹਿਣ ਵਾਲਾ ਬੰਦਾ, ਉਹਨੂੰ ਕੀ ਲੋੜ, ਮਹਾਰਾਜ ਨੇ ਕੰਗਣ ਲਾ ਕੇ ਬਚਪਨ 'ਚ ਹੀ ਦਰਿਆ 'ਚ ਪਾਤੇ। ਤੇ ਮਾਤਾ ਗੁਜਰ ਕੌਰ ਕਹਿੰਦੇ ਪੁੱਤਰ ਕਿੱਥੇ ਸੁੱਟਿਆ, ਕਹਿੰਦੇ ਆ ਜਾ ਬੀਬੀ, ਉਹ ਦੂਜਾ ਵੀ ਲਾ ਕੇ ਸੁੱਟ ਆਏ। ਜਿਹਨੇ ਧਰਮ ਦੀ ਪੌੜੀ ਚੜ੍ਹਨਾ ਨਾ, ਉਹਨੂੰ ਇਹ ਚੀਜ਼ਾਂ ਨਹੀਂ ਫੱਬਦੀਆਂ ਵੀ ਰੰਗ ਬਿਰੰਗੇ ਬਸਤਰ ਤੇ ਸੋਨੇ ਦੀਆਂ ਖੂੰਡੀਆਂ ਤੇ ਐਨਕਾਂ, ਮੈਂ ਕੀ ਹੁਣ ਇਸ ਪਾਸੇ ਜਾਵਾਂ, ਪਰ ਮੇਰੇ ਅੰਦਰ ਨੂੰ ਦੁੱਖ ਲੱਗਾ। ਇਹ 250-250 ਪਾਠ ਕਰਨ ਵਾਲੀ ਰੂਹ, 15-15 ਵਾਰੀ ਗੁਰੂ ਗ੍ਰੰਥ ਸਾਹਿਬ ਦੇ ਲੜੀਵਾਰ ਕਥਾ ਕੀਤੀ ਮਹਾਂਪੁਰਖਾਂ ਨੇ। ਜਿੱਥੋਂ ਬੋਲਦੇ ਸੀ ਅੰਮ੍ਰਿਤ ਦੀਆਂ ਵਰਖਾ ਕਰ ਜਾਂਦੇ ਸੀ, ਤੇ ਇੱਕ ਉੱਠ ਕੇ ਉਹਨਾਂ ਮਹਾਂਪੁਰਖਾਂ ਨੂੰ ਕਵੇ ਖਾਧੀ ਪੀਤੀ 'ਚ ਪਤਾ ਨਹੀਂ ਕੀ ਕਹਿ ਗਏ, ਕਿੱਡੀ ਮਾੜੀ ਗੱਲ ਹੈ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਅਜਾਮਲ ਜਿਹੜਾ ਸੀ ਬਹੁਤ ਵੱਡਾ ਗਿਆਨੀ ਸੀ, ਬੜੇ ਗ੍ਰੰਥ ਪੜ੍ਹ ਲਏ ਨੇ। ਤੇ ਕੀ ਹੋ ਗਿਆ, ਇੱਕ ਵੇਸਵਾ ਬਾਜ਼ਾਰ 'ਚ ਨੱਚ ਰਹੀ, ਉਹਦੇ ਨਾਲ ਪਿਆਰ ਕਰ ਬੈਠਾ, ਤੇ ਉਹਨੇ ਬੇੜਾ ਬਿਠਾਤਾ। ਕਹਿੰਦੇ ਵਾਹ 'ਚ ਟੇਢਾ ਰੁੱਖ ਹੋ ਜੇ ਤੇ ਵੈਲ ਦਾ ਜੇ ਦੁੱਖ ਹੋ ਜੇ, ਏਡੂ ਮਾੜੀ ਗੱਲ ਨਾ। ਤੇ ਉਹ ਪਿਆਰ ਪੈ ਗਿਆ ਤੇ ਉਹਦੇ ਨਾਲ ਵਿਆਹ ਕਰਾ ਲਿਆ। ਉਹ ਜਿੰਨਾ ਗਿਆਨ ਸੀ, ਜਿੰਨੀ ਮਿਹਨਤ ਕੀਤੀ, ਖੂਜ ਪਾਤੀ, ਤੇ ਸਾਰਿਆਂ ਲੋਕਾਂ ਨੇ ਮੱਥੇ ਲੱਗਣੋਂ ਕੱਢਤਾ, ਛਿੱਤਰ ਮਾਰੇ, ਮੂੰਹ ਕਾਲਾ ਕੀਤਾ, ਭਜਾਤਾ। ਫਿਰ ਕੀ ਹੋਇਆ, ਐਡਾ ਵੱਡਾ ਪਾਪੀ ਜੰਗਲ 'ਚ ਚਲੇ ਗਿਆ। ਉਹ ਬੀਬੀ ਨਹੀਂ ਛੱਡੀ, ਆਖੋ ਸਤਿਨਾਮ। ਇੱਕ ਤੁਹਾਡੇ 'ਚ ਸਹਿਜ ਪਾਠ ਕਰਦੇ ਤੁਸੀਂ ਪੰਗਤੀਆਂ, ਮਸਕੀਨ ਸਾਹਿਬ ਨੇ ਅਜਾਮਲ ਆਪਣੇ YouTube ਤੇ ਅਜਾਮਲ ਪਾਪੀ ਭਰਿਓ, ਮਸਕੀਨ ਸਾਹਿਬ ਦੀ 1 ਘੰਟੇ ਦੀ ਕਥਾ ਅਜਾਮਲ, ਤੇ ਉਹ 'ਚ ਸਾਰਾ ਦੱਸਿਆ ਉਹਨਾਂ ਵੀ ਇਹ ਕੀ ਕਰਦਾ ਸੀ ਤੇ ਕਿੱਦਾਂ। ਉਹ ਬੀਬੀ ਨੂੰ ਲੈ ਕੇ ਜੰਗਲ 'ਚ ਚਲੇ ਗਿਆ, ਉੱਥੇ ਜਾ ਕੇ ਕੱਖਾਂ ਦੀ ਕੁਟੀਆ ਪਾਲੀ ਤੇ ਪੰਛੀ ਮਾਰ ਲੈਂਦਾ ਤੇ ਪਤੀਲੇ 'ਚ ਧਰ ਲੈਂਦਾ, ਤੇ ਦੋਵੇਂ ਜੀ ਖਾ ਲੈਂਦੇ ਐ। ਤੇ ਸਾਰੀ ਦੁਨੀਆ ਦੇ ਵਿੱਚ ਅਜਾਮਲ ਪਾਪੀ ਜੱਗ ਜਾਂਦਾ। ਕਿਤੇ ਲੋਕੀ ਮੱਥੇ ਟੇਕਦੇ ਸੀ, ਬੁੱਧੀ ਭ੍ਰਸ਼ਟ ਹੋ ਗਈ, ਉਹ ਦੁਨੀਆ ਜਾਣਨ ਲੱਗ ਪਈ ਇੱਧਰ ਨੂੰ ਨਾ ਜਾਇਓ।